ਆਗੂਆਂ ਵੱਲੋਂ ਇੱਕ ਬਿਆਨ ਆਇਆ ਕਿ ਬੀਜੇਪੀ ਦਾ ਹੀ ਵਿਰੋਧ ਕਰੋ, ਬਾਕੀ ਪਾਰਟੀਆਂ ਦਾ ਨਾ ਕਰੋ। ਬਾਕੀ ਪਾਰਟੀਆਂ ਦਾ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ? नहीं देखो बीजेपी का तो यह है कि उन्होंने सियासी सरगर्मी कर नहीं देनी, पर दूजे दुध धोते नहीं। शांतमई ਜਿਹੜੇ ਲੋਕ ਸੰਘਰਸ਼ ਕਰ ਰਹੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸ਼ਾਂਤਮਈ ਲੋਕਾਂ ਦੇ ਬੈਠਿਆਂ ਤੇ ਇਹਨਾਂ ਨੇ ਗੋਲੀਆਂ ਚਲਾਈਆਂ। ਇਹ ਸਵਾਲ ਕਿਹਨੂੰ ਹੋਣੇ ਚਾਹੀਦੇ? ਇਹ ਸਵਾਲ ਤਾਂ ਅਕਾਲੀ ਦਲ ਨੂੰ ਹੋਣੇ ਚਾਹੀਦੇ ਆ ਨਾ। ਪਿੰਡਾਂ 'ਚ ਜਿਨ੍ਹਾਂ ਨੇ 70 ਸਾਲ ਸਾਨੂੰ ਚੂੰਡ ਕੇ ਖਾ ਲਿਆ, ਉਹਨਾਂ ਸਾਰਿਆਂ ਨੂੰ ਸਵਾਲ ਹੋਣੇ ਚਾਹੀਦੇ ਆ। ਤੇ ਤਿੰਨੋਂ ਪਾਰਟੀਆਂ ਨੂੰ ਸਵਾਲ ਬਣਦਾ ਨਾ, ਅਕਾਲੀ ਦਲ ਨੂੰ ਬਣਦਾ ਕਿ ਮਿੱਲ ਬੰਦ ਕਿਉਂ ਕਰਾਈ, ਕਾਂਗਰਸ ਨੂੰ ਬਣਦਾ ਕਿ ਮਸ਼ੀਨਰੀ ਕਿਉਂ ਪਟਾਈ, ਤੇ ਆਮ ਆਦਮੀ ਪਾਰਟੀ ਨੂੰ ਬਣਦਾ ਕਿ ਲੜਾਈ ਫਿਰ ਕਿਉਂ ਨਹੀਂ ਲੜੀ ਤੁਸੀਂ। ਫਿਰ ਲੋਕ ਵੋਟ ਕਿਹਨੂੰ ਪਾਉਣ? ਜਿੰਨੂੰ ਵੋਟ ਪਾਉਣੀ ਆ ਪਾ ਲੈਣ, ਪਰ ਵੋਟਾਂ ਵਾਲੀਆਂ ਪਾਰਟੀਆਂ ਨੂੰ ਇਹ ਕਹਿਣ ਕਿ ਜਿੰਨਾ ਸਮਾਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਦਾ, ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਕਿ ਯਾਰ ਤੁਸੀਂ ਕਿਰਪਾ ਕਰੋ। ਇਸ ਕਰਕੇ ਜਿਹੜਾ ਇਹ ਵੋਟਾਂ ਵਾਲਾ ਗਧੀ ਗੇੜ ਹੈਗਾ, ਉਹ ਇਸ 'ਚ ਪਾ ਕੇ ਕਿਸਾਨੀ ਦਾ ਨੁਕਸਾਨ ਕਰਨਾ ਚਾਹੁੰਦੇ ਆ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਚਾਹੀਦਾ ਕਿ ਸਾਰੀਆਂ ਚੋਣ ਕਮਿਸ਼ਨ ਨੂੰ ਲਿਖ ਕੇ ਦੇਣ ਕਿ ਜਿੰਨਾ ਸਮਾਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਦਾ, ਅਸੀਂ ਲੋਕਾਂ ਨੂੰ ਉਲਝਾਉਣਾ ਨਹੀਂ ਚਾਹੁੰਦੇ, ਵੋਟਾਂ 'ਚ ਚੋਣਾਂ ਪੰਜਾਬ 'ਚ ਨਾ ਕਰਵਾਈਆਂ ਜਾਣ। ਸਿਹਤ, ਸਿੱਖਿਆ, ਬਿਜਲੀ, ਪਾਣੀ ਸਾਰੇ ਅਦਾਰੇ ਨਿੱਜੀ ਹੱਥਾਂ 'ਚ ਦੇਣ ਦਾ ਸਰਕਾਰ ਵੱਲੋਂ ਫੈਸਲਾ ਹੋ ਚੁੱਕਾ। ਇਹ ਸੰਵਿਧਾਨ 'ਚ ਸੋਧ ਹੋ ਚੁੱਕੀ ਆ। ਸੁਖਬੀਰ ਸਿੰਘ ਬਾਦਲ 100 ਦਿਨ ਦੀ ਯਾਤਰਾ ਤੇ ਨਿਕਲੇ ਆ। 100 ਦਿਨ ਦੀ ਯਾਤਰਾ ਖੇਤੀ ਕਾਨੂੰਨਾਂ ਦੇ ਖਿਲਾਫ ਨਹੀਂ ਕੀਤੀ ਇਹਨਾਂ ਨੇ, ਆਪੋ ਆਪਣੀ ਗੱਦੀ ਦੀ ਪਈ ਹੈਗੀ ਆ। ਦੇਸ਼ ਦੀਆਂ ਏਅਰਪੋਰਟ, ਦੇਸ਼ ਦੀਆਂ ਰੇਲਵੇ ਲਾਈਨਾਂ ਇਹ ਕਾਰਪੋਰੇਟਾਂ ਨੂੰ ਦਿੱਤੀਆਂ ਜਾਣੀਆਂ 4 ਸਾਲਾਂ ਲਈ। ਉਹ ਕਹਿੰਦੇ ਅਸੀਂ ਵੇਚਦੇ ਨਹੀਂ, ਸਿਰਫ 4 ਸਾਲਾਂ ਲਈ ਇਹਦਾ ਮੁਦਰੀਕਰਨ, ਮੋਨੀਟਾਈਜੇਸ਼ਨ ਕਰਨਾ, ਉਸ ਤੋਂ ਬਾਅਦ ਵਾਪਸ ਲੈ ਲਵਾਂਗੇ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਤਾਂ ਲੋਕਾਂ ਨੂੰ ਮੂਰਖ ਬਣਾ ਰਹੇ ਆ। ਸਰਕਾਰ ਦੋ ਕੰਮ ਕਰਦੀ ਆ, ਹੱਕ ਮੰਗਦੇ ਲੋਕਾਂ ਤੇ ਪਰਚੇ ਕਰਦੀ ਆ ਤੇ ਉਹਨਾਂ ਨੂੰ ਕੁੱਟਦੀ ਆ, ਤੇ ਦੇਸ਼ ਦਾ ਜਿਹੜਾ ਜਲ ਜੰਗਲ ਜ਼ਮੀਨ ਵੇਚ ਰਹੀ ਆ। ਔਰ ਮੋਦੀ ਜੀ ਕਹਿੰਦੇ ਕਿ ਮੈਂ ਤਾਂ ਜਿੰਨੇ 70 ਸਾਲਾਂ 'ਚ ਨਹੀਂ ਕੰਮ ਹੋਏ, ਮੈਂ 7 ਸਾਲਾਂ 'ਚ ਕਰਤੇ। ਯਾਨੀ ਕਿ ਜਿਹੜਾ 70 ਸਾਲਾਂ 'ਚ ਦੇਸ਼ ਵਿਕਿਆ ਸੀ, ਮੈਂ 7 ਸਾਲਾਂ 'ਚ ਵੇਚਤਾ। ਕਿਹੜੀ ਪਾਰਟੀ ਆ ਕਾਰਪੋਰੇਟ ਦੇ ਖਿਲਾਫ? ਕੋਈ ਪਾਰਟੀ ਕਾਰਪੋਰੇਟ ਦੇ ਖਿਲਾਫ ਨਹੀਂ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਕਿਉਂ ਨਹੀਂ ਕਹਿੰਦੇ ਬਈ? ਅਕਾਲੀ ਦਲ ਕਹਿੰਦਾ ਕਿ ਬਾਨੀਆਂ ਡਾਨੀਆਂ ਤੇ ਕਾਰਪੋਰੇਟ ਨੂੰ ਚੱਕ ਕੇ ਪੰਜਾਬ 'ਚੋਂ ਬਾਹਰ ਮਾਰਾਂਗੇ। ਕਾਂਗਰਸ ਕਹਿੰਦੀ ਬਾਨੀਆਂ ਡਾਨੀਆਂ ਤੇ ਕਾਰਪੋਰੇਟ ਨੂੰ ਚੱਕ ਕੇ ਬਾਹਰ ਮਾਰਾਂਗੇ। ਆਮ ਆਦਮੀ ਪਾਰਟੀ ਕਹਿੰਦੀ ਆ, ਕੋਈ ਨਹੀਂ ਕਹਿੰਦੀ। ਜਿੰਨੇ ਸੇਵਾਵਾਂ ਦਾ ਖੇਤਰ ਆ, ਸਕੂਲ, ਕਾਲਜ, ਹਸਪਤਾਲ, ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇ, ਫਿਰ ਨੌਕਰੀ ਕਿੱਥੇ ਮਿਲੂਗੀ? ਆਖਰੀ ਵਸੀਲਾ ਰੁਜ਼ਗਾਰ ਦਾ ਜ਼ਮੀਨ ਰਹਿ ਗਈ, ਉਹ ਕਹਿੰਦੇ ਖੇਤੀ ਕਾਨੂੰਨ ਰਾਹੀਂ ਕਾਰਪੋਰੇਟ ਨੂੰ ਦੇ ਦੇਣੀ। ਫਿਰ ਰੁਜ਼ਗਾਰ ਕਿੱਥੇ ਆ? ਬਲਵੀਰ ਸਿੰਘ ਰਾਜੇਵਾਲ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਾਇਆ ਗਿਆ। ਉਹ ਤਸਵੀਰ ਵਾਇਰਲ ਹੋਈ ਤਾਂ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਮੂੰਹ ਮਿੱਠਾ ਕਰਵਾਉਣ ਵਾਲੀ ਕੀ ਗੱਲ ਸੀ। ਜਿਹੜੀਆਂ ਹੋਰ ਕਿਸਾਨਾਂ ਦੀਆਂ ਮੁਸ਼ਕਲਾਂ ਸੂਬਾ ਸਰਕਾਰ ਨੇ ਹੱਲ ਕਰਨੀਆਂ, ਉਹ ਕਰਵਾਵਾਂਗੇ। ਪਰ ਮੈਨੂੰ ਇਹ ਲੱਗਦਾ ਕਿ ਐਡੀ ਪ੍ਰਾਪਤੀ ਨਹੀਂ ਸੀ ਜਿੰਨਾ ਜਸ਼ਨ ਮਨਾਇਆ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਹੈ ਤੇ ਨਾਲ ਹੀ ਕਿਸਾਨ ਮੋਰਚਾ ਵੀ ਚੱਲ ਰਿਹਾ ਦਿੱਲੀ ਵਿਖੇ। ਦੋਨੇ ਚੀਜ਼ਾਂ ਦੇ ਦੌਰਾਨ ਲੋਕਾਂ ਦੇ ਵਿੱਚ ਸਵਾਲ ਉੱਠਦੇ ਰਹਿੰਦੇ ਆ ਕਿ ਕੀ ਕਿਸਾਨ ਚੋਣਾਂ ਲੜਨਗੇ ਜਾਂ ਉਹਨਾਂ ਨੂੰ ਪਾਰਟੀ ਬਣਾਉਣੀ ਚਾਹੀਦੀ ਹੈ। ਤੇ ਨਾਲ ਹੀ ਜਿਹੜੇ ਲੋਕ ਆ ਉਹ ਲੀਡਰਾਂ ਨੂੰ, ਜੋ ਮੌਜੂਦਾ ਸਿਆਸੀ ਪਾਰਟੀਆਂ, ਉਹਨਾਂ ਨੂੰ ਸਵਾਲ ਵੀ ਕਰ ਰਹੇ ਆ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਪਿੰਡਾਂ ਵਿੱਚ ਆਇਆਂ ਨੂੰ ਵੱਖੋ ਵੱਖਰੇ ਤਰੀਕੇ ਦੇ ਨਾਲ ਘੇਰਿਆ ਜਾ ਰਿਹਾ, ਬੜੇ ਵਧੀਆ ਤਰੀਕੇ ਦੇ ਸਵਾਲ ਕੀਤੇ ਜਾ ਰਹੇ ਆ। ਕਈ ਪਿੰਡਾਂ ਵਿੱਚ ਬੋਰਡ ਵੀ ਲਗਾ ਦਿੱਤੇ ਗਏ ਕਿ ਅਵਾਰਾ ਪਸ਼ੂਆਂ ਤੇ ਲੀਡਰਾਂ ਦਾ ਪਿੰਡ ਵਿੱਚ ਆਉਣਾ ਮਨ੍ਹਾ ਹੈ। ਕੀ ਕਿਸਾਨ ਜਥੇਬੰਦੀਆਂ ਦੀ ਅੱਗੇ ਦੀ ਪਲੈਨਿੰਗ ਹੈ ਕਿ ਉਹ ਚੋਣਾਂ ਲੜਨਗੀਆਂ, ਜਾਂ ਜਿਵੇਂ ਕਿਸਾਨ ਕਈ ਆਗੂਆਂ ਵੱਲੋਂ ਕਿਹਾ ਜਾਂਦਾ ਕਿ ਬੀਜੇਪੀ ਦਾ ਹੀ ਵਿਰੋਧ ਕਰਨਾ, ਬਾਕੀ ਪਾਰਟੀਆਂ ਦਾ ਨਹੀਂ? ਇਹ ਸਭ ਤੇ ਜਵਾਬ ਲਵਾਂਗੇ। ਸਾਡੇ ਨਾਲ ਰਜਿੰਦਰਦੀਪ ਸਿੰਘ ਵਾਲਾ ਨੇ। ਦੀਪ ਸਿੰਘ ਵਾਲਾ ਜੀ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਬਾਈ ਜੀ। ਬਾਈ, ਪਹਿਲਾ ਹੀ ਸਵਾਲ ਕਿ ਇੱਕ ਆਗੂਆਂ ਵੱਲੋਂ ਇੱਕ ਬਿਆਨ ਆਇਆ ਕਿ ਬੀਜੇਪੀ ਦਾ ਹੀ ਵਿਰੋਧ ਕਰੋ, ਬਾਕੀ ਪਾਰਟੀਆਂ ਦਾ ਨਾ ਕਰੋ। ਬਾਕੀ ਪਾਰਟੀਆਂ ਦਾ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ? ਨਹੀਂ ਦੇਖੋ, ਬੀਜੇਪੀ ਦਾ ਤਾਂ ਇਹ ਹੈਗਾ ਕਿ ਉਹਨਾਂ ਨੂੰ ਸਿਆਸੀ ਸਰਗਰਮੀ ਕਰਨ ਨਹੀਂ ਦੇਣੀ, ਪਰ ਦੂਜੇ ਦੁੱਧ ਧੋਤੇ ਨਹੀਂ ਹੈ। ਸਾਰਿਆਂ ਨੂੰ ਸਵਾਲ ਕਰੋ। ਜੇ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਹਜ਼ਾਰਾਂ ਨੌਜਵਾਨ ਮਰ ਗਏ, ਇਹ ਸਵਾਲ ਕਿਹਨੂੰ ਬਣਦਾ? ਇਹ ਸਵਾਲ ਤਾਂ ਅਕਾਲੀਆਂ ਨੂੰ ਬਣਦਾ ਨਾ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਪੰਜਾਬ 'ਚ ਚਿੱਟੇ ਦਾ ਦਰਿਆ ਵਗਿਆ। ਜਿਹੜੀਆਂ ਮਾਵਾਂ ਦੇ 18-18, 20-20 ਸਾਲ ਦੇ ਪੁੱਤ ਮਰ ਗਏ, ਜਿਨ੍ਹਾਂ ਨੇ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਸੀਗਾ। ਅੱਜ ਪੰਜਾਬ 'ਚ ਕਈ ਥਾਵਾਂ 'ਤੇ ਹਾਲਤ ਇਹ ਬਣੀ ਆ ਕਿ ਮਾਂ ਬਾਪ ਜਿਹੜੇ ਹੈਗੇ ਆ ਉਹ ਖੁਦ ਆਪਣੇ ਬੱਚਿਆਂ ਨੂੰ ਨਸ਼ਾ ਲਿਆ ਕੇ ਦੇ ਰਹੇ ਆ।
ਕਿ ਵੀ ਤੂੰ ਘਰੇ ਟਿਕਿਆ ਰਹੇ। ਇਹ ਹਾਲਾਤ ਜਿੰਨੇ ਨੇ ਬਣਾਏ ਆ, ਅਕਾਲੀ ਦਲ ਦੇ ਰਾਜ 'ਚ ਇੰਨਾ ਨਸ਼ਾ ਵਧਿਆ ਹੈਗਾ, ਉਹਨਾਂ ਨੂੰ ਸਵਾਲ ਹੋਣੇ ਚਾਹੀਦੇ ਹੈਗੇ ਆ। ਸ਼ਾਂਤਮਈ ਜਿਹੜੇ ਲੋਕ ਸੰਘਰਸ਼ ਕਰ ਰਹੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸ਼ਾਂਤਮਈ ਲੋਕਾਂ ਦੇ ਬੈਠਿਆਂ ਤੇ ਇਹਨਾਂ ਨੇ ਗੋਲੀਆਂ ਚਲਾਈਆਂ, ਇਹ ਸਵਾਲ ਕਿਹਨੂੰ ਹੋਣੇ ਚਾਹੀਦੇ? ਇਹ ਸਵਾਲ ਤਾਂ ਅਕਾਲੀ ਦਲ ਨੂੰ ਹੋਣੇ ਚਾਹੀਦੇ ਆ ਨਾ। ਫਿਰ ਜੇ ਕੈਪਟਨ ਸਰਕਾਰ ਨੇ ਕਿਹਾ ਗੁਰਬਾਣੀ ਦੀ ਸਹੁੰ ਖਾ ਕੇ ਵੀ ਅਸੀਂ ਕਿਸਾਨਾਂ ਦੇ ਸਾਰੇ ਕਰਜ਼ੇ ਤੇ ਲੀਕ ਮਾਰਾਂਗੇ, ਭਾਵੇਂ ਉਹ ਆੜਤੀਆਂ ਦਾ, ਬੈਂਕਾਂ ਦਾ, ਸੁਸਾਇਟੀਆਂ ਦਾ, ਤੇ ਫਿਰ ਅਕਾਲੀਆਂ ਨੂੰ ਪਿੰਡਾਂ 'ਚ ਸਵਾਲ ਕਿਉਂ ਨਹੀਂ ਹੋਣੇ ਚਾਹੀਦੇ? ਸਵਾਲ ਹੋਣੇ ਚਾਹੀਦੇ ਆ। ਇਸ ਕਰਕੇ ਜਿਹੜਾ ਵੀ ਆਉਂਦਾ, ਭਾਵੇਂ ਉਹ ਆਮ ਆਦਮੀ ਪਾਰਟੀ ਆ, ਉਹ ਪਹਿਲੀ ਪਾਰਟੀ ਆ ਜਿਹਨੇ ਦਿੱਲੀ ਦੇ ਵਿੱਚ ਖੇਤੀ ਕਾਨੂੰਨ, ਜਿਹੜੇ 3 ਕਾਨੂੰਨ ਸੀ, ਪਹਿਲਾ ਕਾਨੂੰਨ ਜਿਹੜਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਐਕਟ ਹੈਗਾ, ਜਿਹੜਾ ਪ੍ਰਾਈਵੇਟ ਮੰਡੀਆਂ ਖੋਲ੍ਹਣ ਵਾਸਤੇ, ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸ਼੍ਰੀ ਕੇਜਰੀਵਾਲ ਦੀ ਸਰਕਾਰ ਨੇ ਕੀਤੀ ਹੈਗੀ। ਇਸ ਕਰਕੇ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਨੇ ਚਾਹੀਦੇਗੇ? ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਹੈਗੇ ਆ। ਇਸ ਕਰਕੇ ਜਿਹੜੇ ਲੋਕ ਸਵਾਲ ਕਰਦੇ ਆ, ਇਹਨਾਂ ਨੂੰ ਘੇਰਦੇ ਆ, ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਹੈਗੇ ਆ। ਔਰ ਜੇ ਕਿਸੇ ਨੂੰ ਲੱਗਦਾ ਵੀ ਇਕੱਲੀ ਬੀਜੇਪੀ ਦਾ ਵਿਰੋਧ ਕਰਨਾ ਚਾਹੀਦਾ, ਹੁਣ ਬੀਜੇਪੀ ਤਾਂ ਇੱਥੇ ਹੈ ਹੀ ਨਹੀਂ ਪੰਜਾਬ ਦੇ ਵਿੱਚ। ਪਿੰਡਾਂ 'ਚ ਜਿਨ੍ਹਾਂ ਨੇ 70 ਸਾਲ ਸਾਨੂੰ ਚੂੰਡ ਕੇ ਖਾ ਲਿਆ, ਉਹਨਾਂ ਸਾਰਿਆਂ ਨੂੰ ਸਵਾਲ ਹੋਣੇ ਚਾਹੀਦੇ ਆ। ਆਪਾਂ ਜੇ ਇਕੱਲੇ ਫਰੀਦਕੋਟ ਦੇ ਆਪਾਂ ਸ਼ੂਗਰ ਮਿਲ ਦੀ ਗੱਲ ਹੀ ਕਰ ਲਈਏ, ਆਪਾਂ ਕਿਸਾਨੀ ਦੀ ਗੱਲ ਕਰ ਲਈਏ, ਫਰੀਦਕੋਟ ਦੀ ਸ਼ੂਗਰ ਮਿਲ ਕਿੰਨੇ ਬੰਦ ਕਰਵਾਈ? ਅਕਾਲੀ ਦਲ ਨੇ ਬੰਦ ਕਰਵਾਈ। ਔਰ ਕੈਪਟਨ ਅਮਰਿੰਦਰ ਸਿੰਘ ਇੱਥੇ ਵੋਟਾਂ 'ਚ ਕਹਿ ਕੇ ਗਏ ਵੀ ਸਾਡੀ ਸਰਕਾਰ ਆਈ ਤੇ ਅਸੀਂ ਸ਼ੂਗਰ ਮਿਲ ਚਲਾਵਾਂਗੇ, ਤੇ ਫਰੀਦਕੋਟ ਦੀ ਸ਼ੂਗਰ ਮਿਲ ਦੀ ਮਸ਼ੀਨਰੀ ਕਿੰਨੇ ਪਟਵਾਈ? ਕਿੱਕੀ ਢਿੱਲੋਂ ਦੇ ਸਾਹਮਣੇ ਪੱਟੀ ਗਈ ਨਾ। ਕਾਂਗਰਸ ਸਰਕਾਰ ਨੇ ਮਸ਼ੀਨਰੀ ਪਟਵਾਈ ਮਿਲ ਚਲਾਉਣ ਦੀ ਬਜਾਏ, ਔਰ ਉਹਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਨੇ। 2 ਦਿਨ ਵਿਰੋਧ ਕੀਤਾ, ਤੀਜੇ ਦਿਨ ਵਿਰੋਧ ਪ੍ਰਦਰਸ਼ਨ ਜਿਹੜਾ ਸੀਗਾ ਉਹ ਬੰਦ ਹੋ ਗਿਆ, ਮਸ਼ੀਨਰੀ ਪੱਟੀ ਗਈ। ਤੇ ਤਿੰਨੋਂ ਪਾਰਟੀਆਂ ਨੂੰ ਸਵਾਲ ਬਣਦਾ ਨਾ, ਅਕਾਲੀ ਦਲ ਨੂੰ ਬਣਦਾ ਕਿ ਮਿਲ ਬੰਦ ਕਿਉਂ ਕਰਾਈ, ਕਾਂਗਰਸ ਨੂੰ ਬਣਦਾ ਕਿ ਮਸ਼ੀਨਰੀ ਕਿਉਂ ਪਟਾਈ, ਤੇ ਆਮ ਆਦਮੀ ਪਾਰਟੀ ਨੂੰ ਬਣਦਾ ਕਿ ਲੜਾਈ ਫਿਰ ਕਿਉਂ ਨਹੀਂ ਲੜੀ ਤੁਸੀਂ। ਇਹ ਸਵਾਲ ਤਾਂ ਸਾਰਿਆਂ ਨੂੰ ਬਣਦੇ ਤੇ ਸਾਰਿਆਂ ਨੂੰ ਹੋਣੇ ਚਾਹੀਦੇ ਆ। ਫਿਰ ਲੋਕ ਵੋਟ ਕਿਹਨੂੰ ਪਾਉਣ? ਵੋਟ ਪਾਉਣ ਦਾ ਕਹਿੰਦੇ ਆ ਕਿ ਲੋਕਤੰਤਰ 'ਚ ਵੋਟ ਪਾਉਣੀ ਜ਼ਰੂਰੀ ਹੈ, ਫਿਰ ਲੋਕ ਵੋਟ ਕਿਹਨੂੰ ਪਾਉਣ? ਤਿੰਨੇ ਪਾਰਟੀਆਂ ਤੁਸੀਂ ਕਿਹਾ ਕਿ ਸਹੀ ਨਹੀਂ ਹੈ। ਦੇਖੋ, ਅੱਜ ਵੋਟਾਂ ਦੀ ਗੱਲ ਕਰਨਾ ਖੇਤੀ ਅੰਦੋਲਨ ਦਾ ਨੁਕਸਾਨ ਕਰਨ ਵਾਲੀ ਗੱਲ ਹੋ। ਠੀਕ ਹੈ। ਕਈ ਕਹਿੰਦੇ ਵੀ ਕਿਸਾਨਾਂ ਦੀ ਪਾਰਟੀ ਬਣ ਜੇ। ਮੰਨ ਲਓ ਕਿਸਾਨਾਂ ਦੀ ਪਾਰਟੀ ਬਣ ਜੇ, ਸਰਕਾਰ ਬਣਾ ਲੇ, ਕਾਨੂੰਨ ਤਾਂ ਕੇਂਦਰ ਸਰਕਾਰ ਨੇ ਬਣਾਏ ਆ, ਸੰਵਿਧਾਨ ਦੇ ਦਾਇਰੇ ਮੁਤਾਬਕ ਸਰਕਾਰ ਚੱਲਣੀ ਆ ਨਾ। ਕੇਂਦਰ ਸਰਕਾਰ ਨੇ ਕਹਿਣਾ ਵੀ ਜੇ ਤੁਸੀਂ CCL ਲੈਣੀ ਆ, ਕੈਸ਼ ਕ੍ਰੈਡਿਟ ਲਿਮਟ ਲੈਣੀ ਆ ਕਣਕ ਤੇ ਝੋਨੇ ਦੇ ਵਾਸਤੇ, ਪਹਿਲਾਂ ਟੋਲ ਪਲਾਜ਼ੇ ਚਲਾਓ, ਪਹਿਲਾਂ ਸਾਡੀਆਂ ਆਹ ਸ਼ਰਤਾਂ ਮੰਨੋ। ਸੰਵਿਧਾਨ ਦੀ 73ਵੀਂ ਤੇ 74ਵੀਂ ਸੋਚ, ਸਿਹਤ, ਸਿੱਖਿਆ, ਬਿਜਲੀ, ਪਾਣੀ ਸਾਰੇ ਅਦਾਰੇ ਨਿੱਜੀ ਹੱਥਾਂ 'ਚ ਦੇਣ ਦਾ ਸਰਕਾਰ ਵੱਲੋਂ ਫੈਸਲਾ ਹੋ ਚੁੱਕਾ। ਇਹ ਸੰਵਿਧਾਨ 'ਚ ਸੋਧ ਹੋ ਚੁੱਕੀ ਆ। ਫਿਰ ਤੁਸੀਂ ਕਹੋਗੇ ਵੀ ਨਹੀਂ ਇਕੱਲੀ ਪੰਜਾਬ ਸਰਕਾਰ ਨਾਲ ਗੱਲ ਨਹੀਂ ਬਣੀਗੀ, ਹੁਣ ਕਿਸਾਨਾਂ ਨੂੰ ਕੇਂਦਰ 'ਚ ਸਰਕਾਰ ਬਣਾਉਣੀ ਚਾਹੀਦੀ ਆ। ਉਦੋਂ ਤੱਕ ਕਿਸਾਨੀ ਦਾ ਠਨ ਗੋਪਾਲ ਹੋ ਜਾਣਾ, ਨਾ ਜ਼ਮੀਨ ਰਹਿਣੀ ਆ, ਨਾ ਘਰ ਰਹਿਣਾ, ਉਦੋਂ ਤੱਕ ਕੁਛ ਨਹੀਂ ਰਹਿਣਾਗਾ। ਇਸ ਕਰਕੇ ਜਿਹੜਾ ਇਹ ਵੋਟਾਂ ਵਾਲਾ ਗਧੀ ਗੇੜ ਹੈਗਾ, ਉਹ ਇਸ 'ਚ ਪਾ ਕੇ ਕਿਸਾਨੀ ਦਾ ਨੁਕਸਾਨ ਕਰਨਾ ਚਾਹੁੰਦੇ ਆ। ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਲਿਆ ਲੋਕਾਂ ਨੇ, ਵੋਟਾਂ ਰਾਹੀਂ ਨਹੀਂ ਲਿਆਗਾ। ਆ ਇੱਥੇ ਟੋਲ ਪਲਾਜ਼ੇ ਬੰਦ ਕਰਤੇ ਪੰਜਾਬ 'ਚ, ਵੋਟਾਂ ਰਾਹੀਂ ਨਹੀਂ ਕੀਤੇ। ਅਡਾਨੀ 400 ਕਰੋੜ ਦਾ ਕਾਰੋਬਾਰ ਜਿਹੜਾ ਇੱਥੋਂ ਪੱਟਣ ਵਾਸਤੇ ਤਿਆਰ ਹੋ ਗਏ, ਉਹ ਵੋਟਾਂ ਰਾਹੀਂ ਨਹੀਂ ਕੀਤਾ ਗਾ। ਤੇ ਅਫਗਾਨਿਸਤਾਨ 'ਚ ਜਿਨ੍ਹਾਂ ਨੇ ਅਮਰੀਕਾ ਭਜਾਇਆ, ਵੋਟਾਂ ਰਾਹੀਂ ਨਹੀਂ ਭਜਾਇਆ ਗਾ। ਇਸ ਕਰਕੇ ਲੋਕਾਂ ਦੀ ਲਹਿਰ ਵੱਡੀ ਹੁੰਦੀ, ਉਹਨਾਂ ਸਾਹਮਣੇ ਚੋਣਾਂ ਜਿਹੜੀਆਂ ਨੇ ਉਹ ਮਾਮੂਲੀ ਚੀਜ਼ ਹੁੰਦੀਆਂ ਨੇ। ਇਸ ਕਰਕੇ ਚਾਹੀਦਾ ਲੋਕਾਂ ਨੂੰ ਇਹ ਕਿ ਉਹਨਾਂ ਨੇ ਜਿੰਨੂੰ ਵੋਟ ਪਾਉਣੀ ਆ ਪਾ ਲੈਣ, ਪਰ ਵੋਟਾਂ ਵਾਲੀਆਂ ਪਾਰਟੀਆਂ ਨੂੰ ਇਹ ਕਹਿਣ ਕਿ ਜਿੰਨਾ ਸਮਾਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਦਾ, ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਕਿ ਯਾਰ ਤੁਸੀਂ ਕਿਰਪਾ ਕਰੋ ਸਾਡੇ ਤੇ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਚਾਹੀਦਾ ਕਿ ਸਾਰੀਆਂ ਚੋਣ ਕਮਿਸ਼ਨ ਨੂੰ ਲਿਖ ਕੇ ਦੇਣ ਕਿ ਜਿੰਨਾ ਸਮਾਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਦਾ, ਅਸੀਂ ਲੋਕਾਂ ਨੂੰ ਉਲਝਾਉਣਾ ਨਹੀਂ ਚਾਹੁੰਦੇ ਵੋਟਾਂ 'ਚ, ਚੋਣਾਂ ਪੰਜਾਬ 'ਚ ਨਾ ਕਰਵਾਈਆਂ ਜਾਣ। ਨਾਲੇ ਪਤਾ ਲੱਗ ਜੂ ਵੀ ਸਿਆਸੀ ਪਾਰਟੀਆਂ ਕਿਹੜੀਆਂ ਲੋਕਾਂ ਦੇ ਹੱਥ ਛੜੀਆਂ ਨੇ। ਸੁਖਬੀਰ ਸਿੰਘ ਬਾਦਲ 100 ਦਿਨ ਦੀ ਯਾਤਰਾ ਤੇ ਨਿਕਲੇ ਆ, 100 ਦਿਨ ਦੀ ਯਾਤਰਾ ਖੇਤੀ ਕਾਨੂੰਨਾਂ ਦੇ ਖਿਲਾਫ ਨਹੀਂ ਕੀਤੀ ਇਹਨਾਂ ਨੇ, ਆਪੋ ਆਪਣੀ ਗੱਦੀ ਦੀ ਪਈ ਹੈਗੀ ਆ। ਔਰ ਜੇ ਅੱਜ ਪੰਜਾਬ 'ਚ ਚੋਣਾਂ ਦਾ ਮਾਹੌਲ ਬਣਦਾ, ਮੋਰਚੇ ਦਾ ਮਾਹੌਲ ਨਹੀਂ ਰਹੂਗਾ। ਇਸ ਕਰਕੇ ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇਗੇ, ਪੰਜਾਬ 'ਚ ਚੋਣਾਂ ਦੀ ਗੱਲ ਨਹੀਂ ਚੱਲਣੀ ਚਾਹੀਦੀ। ਜੇ ਚੱਲਦੀ ਆ ਤੇ ਫਿਰ ਅੰਦੋਲਨ ਨੂੰ ਨੁਕਸਾਨ ਹੋਊਗਾ, ਤੇ ਫਿਰ ਲੋਕ ਸਮਝ ਲੈਣ ਕਿ ਉਹਨਾਂ ਦੀ ਜ਼ਮੀਨਾਂ ਰੋਜੀ ਰੋਟੀ ਨਹੀਂ ਰਹੂਗੀ। ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲੱਗਿਆ ਪ੍ਰਾਈਵੇਟਾਈਜੇਸ਼ਨ ਨੂੰ ਰੋਕਣ ਵਾਸਤੇ, ਖੇਤੀ ਦਾ ਪ੍ਰਾਈਵੇਟ ਨਾ ਕਰੋ। ਨਾਲ ਹੀ ਪਰ ਕੇਂਦਰ ਸਰਕਾਰ ਬਾਕੀ ਚੀਜ਼ਾਂ ਦੇ ਉੱਪਰ ਲਗਾਤਾਰ ਅਜਿਹੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ। ਹੁਣ ਨੀਤੀ ਆਯੋਗ ਦੀ ਰਿਪੋਰਟ ਆਈ, ਜਿਸ ਦੇ ਵਿੱਚ ਕਿਹਾ ਗਿਆ ਕਿ ਦੇਸ਼ ਦੀਆਂ ਕਾਫੀ ਵੱਡੇ ਹਿੱਸੇ ਵਿੱਚ ਸੜਕਾਂ, ਦੇਸ਼ ਦੀਆਂ ਏਅਰਪੋਰਟ, ਦੇਸ਼ ਦੀਆਂ ਰੇਲਵੇ ਲਾਈਨਾਂ ਇਹ ਕਾਰਪੋਰੇਟਾਂ ਨੂੰ ਦਿੱਤੀਆਂ ਜਾਣੀਆਂ 4 ਸਾਲਾਂ ਲਈ। ਉਹ ਕਹਿੰਦੇ ਅਸੀਂ ਵੇਚਦੇ ਨਹੀਂ, ਸਿਰਫ 4 ਸਾਲਾਂ ਲਈ ਇਹਦਾ ਮੁਦਰੀਕਰਨ, ਮੋਨੀਟਾਈਜੇਸ਼ਨ ਕਰਨਾ ਹੈ, ਉਸ ਤੋਂ ਬਾਅਦ ਵਾਪਸ ਲੈ ਲਵਾਂਗੇ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਤਾਂ ਲੋਕਾਂ ਨੂੰ ਮੂਰਖ ਬਣਾ ਰਹੇ ਆ। ਸਵਾਲ ਇਹ ਬਣਦਾ ਕਿ ਯਾਰ ਅਡਾਨੀ ਨੂੰ ਸਿੱਧਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦੇਣ ਜਾਂ ਅਮਾਨੀ ਨੂੰ ਬਣਾ ਦੇਣ, ਮੋਦੀ ਵਿੱਚ ਕਾਹਦੇ ਲਈ ਬੈਠਾ? ਲੋਕਾਂ ਨੂੰ ਸਿਹਤ ਸਹੂਲਤਾਂ ਉਹ ਦੇਣੀਆਂ ਨਹੀਂ। ਲੋਕ ਇਲਾਜ ਖੁਣੋਂ ਮਰੇ ਹਸਪਤਾਲਾਂ 'ਚ, ਨਾ ਬੈੱਡ ਮਿਲਿਆ ਨਾ ਆਕਸੀਜਨ ਮਿਲੀ। ਲੋਕਾਂ ਨੂੰ ਪੜ੍ਹਾਈ ਦੇਣੀ ਨਹੀਂ ਹੈ,
ਮਤਲਬ ਪੜ੍ਹਾਈ ਦੇਣੀ ਨਹੀਂ ਹੈ, ਸਾਰੇ ਸਕੂਲ ਜਿਹੜੇ ਹੈਗੇ ਆ ਪ੍ਰਾਈਵੇਟ ਕਰਤੇ। ਲੋਕਾਂ ਨੂੰ ਜਿਹੜੀਆਂ ਟੋਲ ਪਲਾਜ਼ਾ ਲਾ ਕੇ ਸੜਕਾਂ 'ਤੇ ਤੁਰਨ ਫਿਰਨ ਦੇ ਪੈਸੇ ਲਾਤੇ ਇਹਨਾਂ ਨੇ, ਪਾਣੀ ਮੁੱਲ ਕਰਤਾ। ਅੱਜ ਸਿਰਫ ਸਰਕਾਰੀ ਹੈ, ਬਾਕੀ ਸਭ ਕੁਝ ਪ੍ਰਾਈਵੇਟ ਹੈ। ਸਰਕਾਰ ਦੱਸੇ ਤੁਸੀਂ ਉਹਦੀ ਕੀ ਜ਼ਿੰਮੇਵਾਰੀ ਆ? ਸਰਕਾਰ ਦੋ ਕੰਮ ਕਰਦੀ ਆ, ਹੱਕ ਮੰਗਦੇ ਲੋਕਾਂ ਤੇ ਪਰਚੇ ਕਰਦੀ ਆ ਤੇ ਉਹਨਾਂ ਨੂੰ ਕੁੱਟਦੀ ਆ, ਤੇ ਦੇਸ਼ ਦਾ ਜਿਹੜਾ ਜਲ ਜੰਗਲ ਜ਼ਮੀਨ ਵੇਚ ਰਹੀ ਆ। ਔਰ ਮੋਦੀ ਜੀ ਕਹਿੰਦੇ ਕਿ ਮੈਂ ਤਾਂ ਜਿੰਨੇ 70 ਸਾਲਾਂ 'ਚ ਨਹੀਂ ਕੰਮ ਹੋਏ ਮੈਂ 7 ਸਾਲਾਂ 'ਚ ਕਰਤੇ, ਯਾਨੀ ਕਿ ਜਿਹੜਾ 70 ਸਾਲਾਂ 'ਚ ਦੇਸ਼ ਵਿਕਿਆ ਸੀ ਮੈਂ 7 ਸਾਲਾਂ 'ਚ ਵੇਚਤਾ। ਔਰ ਇਹ ਖੇਤੀ ਕਾਨੂੰਨ ਤਾਂ ਉਹਦੀ ਪ੍ਰਤੱਖ ਸਭ ਤੋਂ ਵੱਡੀ ਉਦਾਹਰਨ ਆ ਨਾ, ਕਿ ਵੀ ਜ਼ਮੀਨ ਤੁਹਾਡੇ ਕੋਲ ਰਹਿਣ ਹੀ ਨਹੀਂ ਦੇਣੀ, ਸਾਰੀ ਕਾਰਪੋਰੇਟ ਨੂੰ ਦੇਣੀ ਆ। ਇਸ ਕਰਕੇ ਇਹ ਕਾਰਪੋਰੇਟ ਦੀਆਂ ਦਲਾਲ ਸਰਕਾਰਾਂ ਨੇ ਜਿੰਨੀਆਂ ਵੀ 91 ਤੋਂ ਬਾਅਦ ਸੱਤਾ 'ਚ ਆਈਆਂ ਨੇ, ਭਾਵੇਂ ਉਹ ਸੂਬਿਆਂ ਦੀਆਂ ਨੇ ਭਾਵੇਂ ਉਹ ਜਿਹੜੀਆਂ ਨੇ ਕੇਂਦਰ ਦੀਆਂ ਨੇ। ਅੱਜ ਕਿਹੜੀ ਪਾਰਟੀ ਕਹਿੰਦੀ ਆ, ਮੰਨ ਲਓ ਪੰਜਾਬ ਦੀਆਂ ਜਿਹੜੀਆਂ ਆਪਾਂ ਚੋਣਾਂ ਦਾ ਮਾਹੌਲ ਬਣਾ ਰਹੇ ਆ, ਅਕਾਲੀ ਦਲ ਕਹਿੰਦਾ ਕਿ ਬਾਨੀਆਂ ਡਾਨੀਆਂ ਤੇ ਕਾਰਪੋਰੇਟ ਨੂੰ ਚੱਕ ਕੇ ਪੰਜਾਬ 'ਚੋਂ ਬਾਹਰ ਮਾਰਾਂਗੇ, ਕਾਂਗਰਸ ਕਹਿੰਦੀ ਬਾਨੀਆਂ ਡਾਨੀਆਂ ਤੇ ਕਾਰਪੋਰੇਟ ਨੂੰ ਚੱਕ ਕੇ ਬਾਹਰ ਮਾਰਾਂਗੇ, ਆਮ ਆਦਮੀ ਪਾਰਟੀ ਕਹਿੰਦੀ ਆ, ਕੋਈ ਨਹੀਂ ਕਹਿੰਦੀ ਗੀ। ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ 'ਚ ਆ, ਕਾਂਗਰਸ ਦੇ ਮੈਨੀਫੈਸਟੋ 'ਚ ਕਿ APMC ਐਕਟ ਖਤਮ ਕਰਾਂਗੇ, ਯਾਨੀ ਕਿ ਸਰਕਾਰੀ ਮੰਡੀਆਂ ਦਾ ਭੋਗ ਪਾਵਾਂਗੇ। ਆਮ ਆਦਮੀ ਪਾਰਟੀ ਦੇ ਮੈਨੀਫੈਸਟੋ 'ਚ ਕਿ APMC ਐਕਟ ਖਤਮ ਕਰਾਂਗੇ, ਸਰਕਾਰੀ ਮੰਡੀਆਂ ਦਾ ਭੋਗ ਪਾਵਾਂਗੇ। ਕਿਹੜੀ ਪਾਰਟੀ ਆ ਕਾਰਪੋਰੇਟ ਦੇ ਖਿਲਾਫ? ਕੋਈ ਪਾਰਟੀ ਕਾਰਪੋਰੇਟ ਦੇ ਖਿਲਾਫ ਨਹੀਂ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਕਿਉਂ ਨਹੀਂ ਕਹਿੰਦੇ ਬਈ? ਸਾਮਰਾਜੀ ਕੰਪਨੀਆਂ ਹੀ ਨੇ ਨਾ ਜਿਹੜੀਆਂ ਬਹੁਕੌਮੀ ਕੰਪਨੀਆਂ ਨੇ, ਸਾਮਰਾਜੀ ਕੰਪਨੀਆਂ ਦੇਸ਼ ਨੂੰ ਲੁੱਟਣ ਵਾਸਤੇ ਆ ਰਹੀਆਂ ਨੇ, ਉਹਨੂੰ ਕਿਉਂ ਨਹੀਂ ਮੁਰਦਾਬਾਦ ਕਹਿੰਦੇ ਤੁਸੀਂ? ਅਸਲ ਦੇ ਵਿੱਚ ਕੀ ਹੈ ਕਿ ਨੀਤੀ ਪੱਖੋਂ ਸਾਰੇ ਇੱਕੋ ਜਿਹੇ ਨੇ। ਸਾਡੇ ਲੋਕਾਂ ਦੀ ਤਰਾਸਦੀ ਇਹ ਆ ਕਿ ਅਸੀਂ ਵੋਟਾਂ ਪਾਉਣ ਵੇਲੇ ਕਦੀ ਕਿਸੇ ਦਾ ਮੈਨੀਫੈਸਟੋ ਪੜ੍ਹਿਆ ਹੀ ਨਹੀਂ, ਪੜ੍ਹਦੇ ਹੀ ਨਹੀਂ ਮੈਨੀਫੈਸਟੋ। ਜਦੋਂ ਹੁਣ ਇਹ ਕਹਿੰਦੇ ਕਿ ਰੁਜ਼ਗਾਰ ਦੇਵਾਂਗੇ, ਰੁਜ਼ਗਾਰ 3 ਖੇਤਰਾਂ 'ਚ, ਜ਼ਮੀਨ 'ਚ, ਉਦਯੋਗ 'ਚ ਤੇ ਸੇਵਾਵਾਂ 'ਚ। ਜਿੰਨੇ ਸੇਵਾਵਾਂ ਦਾ ਖੇਤਰ ਆ, ਸਕੂਲ ਕਾਲਜ ਹਸਪਤਾਲ ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਦੇਤੇ, ਫਿਰ ਨੌਕਰੀ ਕਿੱਥੇ ਮਿਲੂਗੀ? ਜਿੰਨੀ ਇੰਡਸਟਰੀ ਸੀ ਪੰਜਾਬ 'ਚ 20,000 ਤੋਂ ਉੱਪਰ ਜਿਹੜਾ ਸਮਾਲ ਸਕੇਲ ਇੰਡਸਟਰੀ ਦਾ ਯੂਨਿਟ ਸੀਗਾ ਉਹ ਬੰਦ ਹੋਇਆ। ਕੱਲੀ ਫਰੀਦਕੋਟ ਦੀ ਮਿਲ 'ਚ ਹੀ 1600 ਤੋਂ ਉੱਪਰ ਬੰਦਾ ਨੌਕਰੀ ਕਰਦਾ ਸੀ। ਸਾਰਿਆਂ ਨੇ ਇੰਡਸਟਰੀ ਪੰਜਾਬ 'ਚ ਜਿਹੜੀ ਹੈਗੀ ਆ ਉਹ ਬੰਦ ਕਰਵਾਈ ਇਹਨਾਂ ਦੀਆਂ ਨੀਤੀਆਂ ਕਰਕੇ। ਤੇ ਹੁਣ ਆਖਰੀ ਵਸੀਲਾ ਰੁਜ਼ਗਾਰ ਦਾ ਜ਼ਮੀਨ ਰਹਿ ਗਈ, ਉਹ ਕਹਿੰਦੇ ਖੇਤੀ ਕਾਨੂੰਨ ਰਾਹੀਂ ਕਾਰਪੋਰੇਟ ਨੂੰ ਦੇ ਦੇਣੀ ਹੈ। ਫਿਰ ਰੁਜ਼ਗਾਰ ਕਿੱਥੇ ਆ? ਪੁੱਛੋ ਨਾ ਵੀ ਰੁਜ਼ਗਾਰ ਕਿੱਥੇ ਦੇਣਾ ਚਾਹੁੰਦੇ ਆ? ਸਾਰਾ ਕੁਝ ਵੇਚ ਕੇ ਰੁਜ਼ਗਾਰ ਦੇਣਾ ਚਾਹੁੰਦੇ ਆ? ਇਹ ਲੋਕਾਂ ਨੂੰ ਗੱਲਾਂ ਜਿਹੜੀਆਂ ਨੇ ਸਮਝਣੀਆਂ ਪੈਣਗੀਆਂ। ਕਹਿਣ ਨੂੰ ਉਹ ਕਹਿੰਦੇ ਕਿ ਅਸੀਂ ਗੈਰ ਸਿਆਸੀ ਹਾਂ, ਅਸੀਂ ਗੈਰ ਸਿਆਸੀ ਨਹੀਂ, ਅਸੀਂ ਇਹਨਾਂ ਦੀ ਸਿਆਸਤ ਸਮਝਦੇ ਹਾਂ। ਤੇ ਲੋਕਾਂ ਨੂੰ ਵੀ ਜਿਹੜੇ ਵੋਟਾਂ ਪਾਉਣ ਨੂੰ ਇਕੱਲੀ ਸਿਆਸਤ ਸਮਝਦੇ ਨਾ, ਉਹਨਾਂ ਨੂੰ ਸਿਆਸੀ ਸੂਝ ਜਿਹੜੀ ਆ ਵਧਾਉਣੀ ਪਊਗੀ, ਸਮਝਣਾ ਪਊਗਾ ਕਿ ਆਹ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਨੇ। ਕੁੱਲ ਮਿਲਾ ਕੇ ਇਹ ਸਾਰੀਆਂ ਹੀ ਕਾਰਪੋਰੇਟ ਪੱਖੀ ਆ। ਜਦੋਂ ਡਾਕਟਰ ਮਨਮੋਹਨ ਸਿੰਘ ਸੀ ਉਹ ਵੀ ਦੇਸ਼ ਦੇ ਅਦਾਰੇ ਵੇਚਦੇ ਰਹੇ, ਮੋਦੀ ਆ ਗਿਆ ਉਹ ਵੀ ਵੇਚ ਰਿਹਾ ਹੈਗਾ, ਤੇ ਜਿਹੜਾ ਇਸੇ ਨੀਤੀ ਦੇ ਤਹਿਤ ਅੱਗੇ ਆਊਗਾ ਉਹ ਵੀ ਇਹੀ ਕੁਝ ਕਰੂਗਾ। ਇਸ ਕਰਕੇ ਲੋਕਾਂ ਨੂੰ ਜਾਗਣ ਦੀ ਜਿਹੜੀ ਹੈਗੀ ਹੈ ਜ਼ਰੂਰਤ ਆ, ਲੋਕਾਂ ਨੂੰ ਕਾਰਪੋਰੇਟ ਦੀ ਲੁੱਟ ਹਰ ਖੇਤਰ 'ਚ ਪਛਾਣਨ ਦੀ ਜ਼ਰੂਰਤ ਆ, ਔਰ ਉਹਨਾਂ ਨੂੰ ਇੱਥੋਂ ਦੜਾਉਣ ਦੀ ਜ਼ਰੂਰਤ ਆ। ਆਖਰੀ ਸਵਾਲ ਹੈ, ਗੰਨੇ ਦੇ ਭਾਅ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਾਇਆ ਗਿਆ। ਉਹ ਤਸਵੀਰ ਵਾਇਰਲ ਹੋਈ ਤਾਂ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਮੂੰਹ ਮਿੱਠਾ ਕਰਵਾਉਣ ਵਾਲੀ ਕੀ ਗੱਲ ਸੀ। ਡੱਲੇਵਾਲ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਇਹ ਗੱਲ ਚਾਹੀਦੀ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੂੰਹ ਮਿੱਠਾ ਕਰਾਉਣ ਵਾਲੀ ਗੱਲ ਤਾਂ ਕੋਈ ਹੈ ਨਹੀਂ ਸੀ। 470 ਰੁਪਏ ਅਸੀਂ ਜਿਹੜੀ ਲਾਗਤ ਆ ਉਹ ਮੰਨਦੇ ਹਾਂ ਵੀ 470 ਰੁਪਏ 1 ਕੁਇੰਟਲ ਗੰਨਾ ਤਿਆਰ ਕਰਨ ਤੇ ਸਾਡੀ ਜਿਹੜੀ ਆ ਉਹ ਲਾਗਤ ਆ ਰਹੀ ਹੈ। 400 ਰੁਪਏ ਦੀ ਮੰਗ ਸੀ, 360 ਮਿਲਿਆ। ਔਰ ਇਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਰੋਜ਼ ਬੇਰੁਜ਼ਗਾਰਾਂ ਤੇ ਡਾਂਗਾ ਫੇਰਦੀ ਆ। ਸਾਡੇ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਹਰ ਰੋਜ਼ ਰੋਲਦੀ ਆ। ਇਹ ਕੋਈ ਟਾਵਰਾਂ ਤੇ ਚੱਲ ਰਿਹਾ ਹੈਗਾ? ਘਰ ਘਰ ਨੌਕਰੀ ਦੇਣ ਦੀ ਗੱਲ ਕਿੱਧਰ ਗਈ? ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰਨ ਦੀ ਗੱਲ ਕਿੱਧਰ ਗਈ? ਇਸ ਕਰਕੇ ਉਹ ਤਾਂ ਅਸੀਂ ਤਾਂ ਚਲੋ ਕਿਰਤੀ ਕਿਸਾਨ ਯੂਨੀਅਨ ਉਸ ਮੀਟਿੰਗ ਦਾ ਉਸ ਦਿਨ ਹਿੱਸਾ ਨਹੀਂ ਸੀਗੀ, ਤੇ ਇਸ ਕਰਕੇ ਉੱਥੇ ਜ਼ਿਆਦਾ ਕੀ ਹੋਇਆ ਉਹਦੇ ਤੇ ਸਾਨੂੰ ਜ਼ਿਆਦਾ ਜਾਣਕਾਰੀ ਵੀ ਨਹੀਂ ਹੈਗੀ। ਪਰ ਇਹ ਸੀਗਾ ਕਿ ਦਿੱਲੀ ਮੋਰਚਾ ਮੁੱਖ ਚੀਜ਼ ਹੈ, ਇਸ ਕਰਕੇ ਜਿੰਨਾ ਮਿਲ ਗਿਆ ਉਹ ਠੀਕ ਆ। ਕਿਉਂਕਿ ਜਦੋਂ ਦਿੱਲੀ ਮੋਰਚਾ ਜਿੱਤਾਂਗੇ ਉਸ ਤੋਂ ਬਾਅਦ ਇਹ ਸਰਕਾਰ ਨੂੰ ਵੀ ਆ ਕੇ ਘੇਰਾਂਗੇ ਕਿ ਜਿਹੜਾ ਕਰਜ਼ੇ ਤੇ ਲੀਕ ਮਰਵਾਵਾਂਗੇ, ਜਿਹੜੀਆਂ ਹੋਰ ਕਿਸਾਨਾਂ ਦੀਆਂ ਮੁਸ਼ਕਲਾਂ ਸੂਬਾ ਸਰਕਾਰ ਨੇ ਹੱਲ ਕਰਨੀਆਂ ਉਹ ਕਰਵਾਵਾਂਗੇ। ਪਰ ਮੈਨੂੰ ਇਹ ਲੱਗਦਾ ਕਿ ਐਡੀ ਪ੍ਰਾਪਤੀ ਨਹੀਂ ਸੀ ਜਿੰਨਾ ਜਸ਼ਨ ਮਨਾਇਆ ਗਿਆ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਰਜਿੰਦਰਦੀਪ ਸਿੰਘ ਵਾਲਾ, ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਪਾਲਿਸੀਆਂ ਉਹ ਕੇਂਦਰ ਸਰਕਾਰ ਲੈ ਕੇ ਆਵੇ, ਚਾਹੇ ਮਨਮੋਹਨ ਸਿੰਘ ਦੀ ਹੋਵੇ ਚਾਹੇ ਨਰਿੰਦਰ ਮੋਦੀ ਦੀ, ਉਹ ਸਾਰੀਆਂ ਕਾਰਪੋਰੇਟ ਪੱਖੀ ਆ ਰਹੀਆਂ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦਾ ਵਿਰੋਧ ਹੋਣਾ ਜ਼ਰੂਰੀ ਹੈ, ਕਿਉਂਕਿ ਪੰਜਾਬ ਨੂੰ ਸਮੇਂ-ਸਮੇਂ ਤੇ ਲੁੱਟਣ ਵਾਲੀਆਂ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੇ ਲਾਉਣ ਵਾਲੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੁਟਕਾ ਸਾਹਿਬ ਦੀਆਂ ਸੌਹਾਂ ਖਾ ਕੇ ਮੁੱਕਰਨ ਵਾਲੀਆਂ ਸਰਕਾਰਾਂ ਨੂੰ ਵੀ ਤਾਂ ਸਵਾਲ ਕਰਨੇ ਬਣਦੇ ਨੇ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ TV।